ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਪੰਜਵਾਂ ਅਧਿਆਇ ਆਰੰਭ। ਦੋਹਰਾਤ ਪੰਚਮ ਅਧਿਆਇ ਮੈਂ ਸਾਧ ਸਲੋਕ ਅਨੂਪ। ਬਿਦ ਕੋ ਦੇਤ ਉਲਾਹਨੋ ਬਹੁ ਬਿਦ ਪਰਥਰ ਪੂਪ। ਅਥ ਪੰਚਮ ਅਧਿਆਇ ਪੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਅਧਿਆਏ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਰ ਚੁੱਕੇ ਹਾਂ। ਅੱਜ ਪੰਜਵਾਂ ਅਧਿਆਏ ਪ੍ਰਾਰੰਭ ਕਰ ਰਹੇ ਹਾਂ। ਚੌਥੇ ਅਧਿਆਏ ਦੇ ਵਿੱਚ ਆਪਣੇ ਚਿੱਤ ਦੀ ਇੱਛਾ ਜਿਹੜੀ ਸੀ ਉਹ ਕਹੀ ਸੀ ਭਰਤਰੀ ਜੀ ਨੇ, ਤੇ 7 ਸ਼ਲੋਕ ਬਣਾ ਸਵਾਰ ਕੇ ਜੋ ਸ਼ਿਵ ਜੀ ਹੈ ਉਸ ਅੱਗੇ ਬੇਨਤੀ ਕੀਤੀ ਸੀ, ਜਾਂ ਕਲਿਆਣ ਸਰੂਪ ਪਰਮਾਤਮਾ ਅੱਗੇ ਬੇਨਤੀ ਕੀਤੀ ਸੀ। ਹੁਣ ਪੰਜਵੇਂ ਅਧਿਆਏ ਦੇ ਵਿੱਚ ਜਿਹੜਾ ਹੈ 7 ਸ਼ਲੋਕ ਫੇਰ ਉਚਾਰਨਗੇ, ਤੇ ਉਹ 7 ਸ਼ਲੋਕਾਂ ਦੇ ਰਾਹੀਂ ਜਿਹੜਾ ਬ੍ਰਹਮਾ ਆ ਉਹਨੂੰ ਉਹ ਲਾਮੇ ਦੇਣਗੇ। ਇਸ ਤਰ੍ਹਾਂ ਇਹ ਜਿਹੜਾ ਦੋਹਰਾ ਆ ਪੰਡਤ ਹਰਦਿਆਲ ਜੀ ਲਿਖਦੇ ਹੋਏ ਲਿਖਦੇ ਆ। ਪਹਿਲਾਂ ਤੇ ਮੰਗਲ ਗੀਤਾ ਜਿਵੇਂ ਆਪਾਂ ਦੇ ਅਰਥ ਹਰ ਵਾਰੀ ਕਰ ਹੀ ਚੁੱਕੇ ਹਾਂ। ਏਕ ਓੰਕਾਰ ਸਤਿਗੁਰ ਪ੍ਰਸਾਦਿ ਦੇ ਆਥ ਗਈ। ਹੁਣ ਪੰਜਵਾਂ ਅਧਿਆਇ ਆਰੰਭ ਹੁੰਦਾ ਹੈ ਦੋਹਰੇ ਛੰਦ ਵਿੱਚ। ਆਥ ਪੰਚਮ ਅਧਿਆਇ ਮੈਂ ਆਥ ਕਹੀਏ ਹੁਣ, ਭਾਵ ਆਥੋਂ ਦਾ ਉਪਰੰਤ ਵੀ ਚੌਥੇ ਅਧਿਆਇ ਤੋਂ ਉਪਰੰਤ ਜਿਹੜਾ ਪੰਜਵਾਂ ਅਧਿਆਇ ਆ ਉਹ ਪੰਜਵੇਂ ਅਧਿਆਇ ਦੇ ਵਿੱਚ 7 ਸ਼ਲੋਕ ਅਨੂਪ ਕਹਿੰਦੇ। 7 ਸ਼ਲੋਕ ਜੋ ਅਨੂਪਮੀ ਜਾਂ ਸੁੰਦਰ ਜਾਂ ਅਦਭੁਤ ਅਨੋਖੇ ਉਪਮਾ ਤੋਂ ਰਹਿਤ ਉਹਨਾਂ 7 ਸ਼ਲੋਕਾਂ ਨੂੰ ਉਚਾਰ ਕੇ ਬਿਦ ਕੋ ਦੇਤ ਉਲਾਹਨੋ, ਬਿਦ ਬ੍ਰਹਮਾ ਨੂੰ, ਉਲਾਹਨੋ ਕਹੀਏ ਉਲਾਂਬੇ ਦੇਤ ਕਹੀਏ ਦਿੰਦੇ ਹਨ। ਬਹੁ ਬਿਦ ਭਰਥਰ ਭੂਪ ਬਹੁਤ ਤਰ੍ਹਾਂ ਦੇ ਨਾਲ ਬਹੁਤ ਤਰੀਕਿਆਂ ਦੇ ਨਾਲ ਛੰਦ ਉਚਾਰ ਕੇ ਪ੍ਰਮਾਣ ਦੇ ਕੇ ਭਰਥਰੀ ਭੂਪ ਕਹੀਏ ਰਾਜਾ ਜੀ, ਰਾਜਾ ਭਰਥਰੀ ਜੀ ਬਹੁਤ ਤਰ੍ਹਾਂ ਨਾਲ ਬ੍ਰਹਮਾ ਨੂੰ ਲਾਂਭੇ ਦਿੰਦੇ ਹਨ। ਆਓ ਪੜ੍ਹੀਏ। ਕਬਿਤ ਅੱਗੇ ਕਬਿਤ ਉਜਾਰਦੇ ਆ। ਮੋਹ ਮਨ ਕੋ ਅਜ ਖਲ ਮ੍ਰਿਦ ਪਿੰਡ ਸਾਮ। ਕਹਿੰਦੇ ਮੋਹ ਮਨ ਮੇਰੇ ਮਨ ਨੂੰ ਅੱਜ ਜੋ ਬ੍ਰਹਮਾ ਉਹ ਖਲ ਕਹੀਏ ਮੂਰਖ ਬ੍ਰਹਮਾ ਜੋ ਕਹਿੰਦੇ ਉਹ ਮੇਰੇ ਮਨ ਨੂੰ ਮ੍ਰਿਦ ਪਿੰਡ ਜੋ ਮ੍ਰਿਦ ਮਿੱਟੀ ਦਾ ਪਿੰਡ ਭਾਵ ਗੋਲਾ ਮਿੱਟੀ ਦੇ ਗੋਲੇ ਸਾਮ ਕਹੀਏ ਵਾਂਗ। ਹਾਂਜੀ, ਮਿੱਟੀ ਦਾ ਜਿਹੜਾ ਸਰੀਰ ਆ ਉਸਨੂੰ ਗੋਲੇ ਸਾਮ ਕਰਕੇ ਖਲ ਕਹੀਏ ਖਲ ਕਰਕੇ ਨਿਕਤਰ ਚਿੰਤਾ ਚੱਕਰ ਪਰ ਧਰੇ ਹੈ। ਖਲ ਕਹੀਏ ਖਲ ਨਾਮ ਨਿਸ਼ਚੇ ਦਾ ਨਿਸ਼ਚੇ ਕਰਕੇ ਇਕੱਤਰ ਕਰਕੇ ਚਿੰਤਾ ਜੋ ਚਿੰਤਾ ਰੂਪੀ ਚੱਕਰ ਆ ਉਸ ਉੱਪਰ ਧਰੇ ਹੈ ਧਰਦੇ ਹੈ। ਕਿੱਦਾਂ ਪ੍ਰੇਰਕ ਹੋਣ ਤੇ, ਕਿਉਂਕਿ ਕਹਿੰਦੇ ਨਾ ਵੀ ਲਾਂਭੇ ਦੇਵਾਂਗੇ। ਕਹਿੰਦੇ ਵੀ ਬ੍ਰਹਮਾ ਨੂੰ ਲਾਂਭੇ ਦੇਣ ਦੇ ਵਿੱਚ ਕੀ ਕਾਰਨ ਹੈ? ਕਹਿੰਦੇ ਕਾਰਨ ਇਹ ਆ ਵੀ ਸਾਰਿਆਂ ਦਾ ਵੇਖੋ ਪ੍ਰੇਰਕ ਵੀ ਪ੍ਰੇਰਕ ਕੀ ਆ ਵੀ ਸਾਰਿਆਂ ਦਾ ਕਰਤਾ, ਸ੍ਰਿਸ਼ਟੀ ਦਾ ਕਰਤਾ ਜੂ ਬ੍ਰਹਮਾ ਸਰੀਰ ਬਣਾਉਂਦਾ। ਤੇ ਇਸ ਤਰ੍ਹਾਂ ਉਹ ਇੱਥੇ ਹੁਣ ਕਹਿ ਰਹੇ, ਕਹਿੰਦੇ ਮੋਹ ਮਨ ਕੋ ਅੱਜ ਖਾਲ ਮ੍ਰਿਦ ਪਿੰਡ ਸਾਮ। ਮੇਰੇ ਮਨ ਨੂੰ ਜੋ ਅੱਜ ਖਾਲ ਕਹੀਏ ਬ੍ਰਹਮਾ ਮੂਰਖ ਹੈ। ਕਹਿੰਦੇ ਮ੍ਰਿਦ ਨਾ ਮਿੱਟੀ ਦਾ ਜਿਹੜਾ ਪਿੰਡ ਹੈ ਮਿੱਟੀ ਦੇ ਗੋਲੇ ਵਾਂਗ ਗਲੋਲਾ ਜਿਹਾ ਕਰਕੇ ਖਲ ਕਰਕੇ ਕਿ ਨਿਸ਼ਚੇ ਕਰਕੇ ਇਕੱਤਰਤਾ ਨਾਲ ਚਿੰਤਾ ਚੱਕਰ ਪਰ ਧਰੇ ਹੈ। ਚਿੰਤਾ ਰੂਪੀ ਚੱਕਰ ਉੱਪਰ ਰੱਖਦੇ ਹੈ। ਦੁੱਖ ਮਾਜ ਦੁੱਖ ਹੋ ਰੇ ਲਾਭ ਹੋਤ ਸਾਂਝਪੁਰ ਡੰਡ ਜੋਰ। ਦੁੱਖ ਮਾਜ ਦੁੱਖ ਹੋਰ ਲਾਭ ਹੋਤ ਸਾਂਝਪੁਰ ਹੋਰ ਤੇ ਵਿਸ਼ਰਾਮ। ਪ੍ਰੇਰਕ ਹੋਣੇ ਤੇ ਸ੍ਰਿਸ਼ਟੀ ਦਾ ਕਰਤਾ ਹੋਣੇ ਤੇ ਚਿੰਤਾ ਰੂਪੀ ਚੱਕਰ ਦੇ ਉੱਪਰ ਕਹਿੰਦੇ ਆ
ਰੱਖਦੇ ਆ ਵੀ ਜਿਸ ਤਰ੍ਹਾਂ ਘੁਮਿਆਰ ਚੱਕਰ ਡੰਡਾ ਜੋੜ ਕੇ ਚਲਾਉਣਾ ਕਰਦਾ ਤੇ ਬਹੁਤ ਉਹ ਚੱਲਦਾ ਹੈ ਚੱਕਰ, ਉਸੇ ਤਰ੍ਹਾਂ ਕਹਿੰਦੇ ਆ ਵੀ ਦੁੱਖ ਮਾਝ ਦੁੱਖ ਹੋਰ ਲਾਭ ਹੋਤ ਸਾਂਝ ਭੋਰ। ਜਿਹੜਾ ਦੁੱਖਾਂ ਦੇ ਵਿੱਚੋਂ ਜਿਹੜਾ ਹੋਰ ਦੁੱਖ ਹੋਰ ਦੁੱਖ ਦੀ ਲਾਭ ਗਈ ਪ੍ਰਾਪਤੀ ਹੁੰਦੀ ਹੈ, ਹੋਤ ਹੁੰਦੀ ਹੈ। ਇਹ ਸਾਂਝ ਭੋਰ ਭਾਵ ਸਾਂਝ ਕੇ ਸਾਂਝ ਸਮੇਂ ਸ਼ਾਮ ਦੇ ਸਮੇਂ ਤੇ ਭੋਰ ਕੇ ਦਿਨ ਸਮੇਂ ਭਾਵ ਦਿਨ ਰਾਤ ਹੀ ਜਿਹੜੇ ਦੁੱਖਾਂ ਵਿੱਚ ਹੋਰ ਦੁੱਖਾਂ ਦੀ ਪ੍ਰਾਪਤੀ ਹੁੰਦੀ ਆ। ਮਾਨੋ ਵੀ ਉਹ ਦੰਡ ਜੋਰ ਕਰ ਚੱਲ ਕਰੇ ਹੈ। ਮਾਨੋ ਵੀ ਉਹੀ ਡੰਡਾ ਜੋੜਿਆ ਹੋਇਆ, ਡੰਡਾ ਜੋੜ ਕੇ ਕਰ ਕੀ ਕੀਤਾ ਹੋਇਆ, ਜੋਰ ਕਰ ਅਤੇ ਆਪਣੇ ਜੋਰ ਕਰਕੇ ਬਲ ਕਰਕੇ ਚੱਲ ਕਰੇ ਹੈ ਭਾਵ ਚਲਾਉਣਾ ਕਰਦੇ ਹੈ। ਇੱਥੇ ਪਾਠ ਭੇਦ ਹੈ ਵੀ ਦੁੱਖ ਮਾਝ ਦੁੱਖ ਹੋਰ ਲਾਭ ਹੋਤ ਸਾਂਝ ਭੋਰ, ਵੀ ਜੋ ਦੁੱਖਾਂ ਵਿੱਚੋਂ ਹੋਰ ਦੁੱਖ ਬਹੁਤ ਸਾਂਝ ਸਵੇਰੇ ਪ੍ਰਾਪਤ ਹੁੰਦਾ। ਇਹ ਬ੍ਰਹਮਾ ਰੂਪ ਘੁਮਿਆਰ ਦਾ ਮਾਨੋ ਡੰਡਾ ਆ, ਡੰਡਾ ਆ, ਜਿਸ ਡੰਡੇ ਨੂੰ ਇਹ ਜੋੜ ਕਰਕੇ ਤੇ ਜ਼ੋਰ ਦੇ ਨਾਲ ਫੇਰੇ ਚੱਲ ਕਰੇ ਹੈ। ਇਸ ਤਰ੍ਹਾਂ ਪਾਠ ਵੀ ਹੈ, ਫੇਰ ਰਹੇ ਆ, ਫੇਰ ਕੇ ਚੱਲ ਕਰੇ ਹੈ ਭਾਵ ਚਲਾਉਣਾ ਕਰ ਰਹੇ ਹੈ। ਠੀਕ ਹੈ ਜੀ। ਆਤਰ ਮਿੱਤਰ ਬਲਬ ਪਰ ਗਲਬ ਕੁਲਾਲਵਦ। ਫਿਰ ਜਿਵੇਂ ਘੁਮਿਆਰ ਘੜੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਭਾਂਡੇ ਘੜਦਾ, ਉਸੇ ਤਰ੍ਹਾਂ ਬ੍ਰਹਮਾ ਘੁਮਿਆਰ ਵਾਂਗੂ ਕੀ ਕਿਹੜੇ ਭਾਂਡੇ ਘੜਦਾ, ਮਿੱਤਰ ਰੂਪੀ ਇਹ ਮਿੱਤਰ ਆਤਰ ਕਹੀਏ ਹੋਰ ਮਿੱਤਰ ਤੇ ਬਲਬ ਕਹੀਏ ਪਿਆਰਾ, ਪਰ ਗਲਬ ਕਹੀਏ ਚਤਰ ਕੁਲਾਲਵਤ ਘੁਮਿਆਰ ਵਾਂਗ। ਇਸੇ ਤਰ੍ਹਾਂ ਬ੍ਰਹਮਾ ਘੁਮਿਆਰ ਵਾਂਗੂ ਮਿੱਤਰ ਪਿਆਰਾ ਚਤਰ ਆਦਿ ਘੜਿਆਂ ਨੂੰ ਘੜ ਕੇ ਤੇ ਕੀ ਕੀਤਾ ਹੈ, ਕੌਣੇ ਵੇਦ ਕਰੇ ਵੇਦ ਵੈ ਤੋ ਘਰੇ ਹੈ। ਘੜਿਆਂ ਨੂੰ ਘੜ ਕੇ ਬ੍ਰਹਮਾ ਨੇ ਕਿਹੜੀ ਵਿਧੀ ਕੀਤੀ ਹੈ, ਕੌਣੇ ਵੇਦ ਕਰੇ ਕਿਹੜੀ ਵਿਧੀ ਕੀਤੀ ਹੈ, ਵੇਦ ਗਏ ਬ੍ਰਹਮਾ ਨੇ, ਵੈ ਤੋ ਘਰੇ ਹੈ। ਕਹਿੰਦੇ ਉਹਦੇ ਘਰੇ ਕਹੀਏ ਜਿਹੜੇ ਘੜੇ ਹੈ ਸਰੀਰ ਰੂਪੀ ਪਿਆਰੇ ਚਤਰ, ਇਸੇ ਤਰ੍ਹਾਂ ਮਿੱਤਰ ਰੂਪੀ ਘਰੇ ਹੈ ਭਾਵ ਘੜਿਆ ਘੜਦਾ ਹੈ। ਘਰੇ ਪਹਿਲਾ ਅਰਥ ਘੜਿਆਂ ਨੂੰ ਤੇ ਘਰੇ ਕੀ ਘੜਦਾ ਹੈ। ਠੀਕ ਹੈ ਜੀ, ਘੜੇ ਘੜਦਾ ਹੈ। ਸਮਝ ਆ ਗਈ ਨਾ। ਭਾਵ ਇਹ ਅਲੰਕਾਰ ਬਣਿਆ ਘੁਮਿਆਰ ਦਾ ਤੇ ਬ੍ਰਹਮਾ ਵੀ ਘੁਮਿਆਰ ਹੀ ਆ। ਸਰੀਰਾਂ ਰੂਪੀ ਭਾਂਡੇ ਘੜੇ ਘੜਦਾ ਆ ਬ੍ਰਹਮਾ। ਹਾਂਜੀ। ਤੇ ਚੱਕਰ ਉੱਪਰ ਜਿਵੇਂ ਬ੍ਰਹਮਾ ਜਿਹੜਾ ਚੱਕਰ ਉੱਪਰ ਘੁਮਾਉਂਦਾ ਨਾ ਗੋਵਰਧਨ ਜੀ, ਇਸੇ ਤਰ੍ਹਾਂ ਇਹ ਬ੍ਰਹਮਾ ਕਰਦਾ। ਕਹਿੰਦੇ ਮਨ ਜਿਹੜਾ ਮੇਰਾ ਮਨ ਹੈ ਨਾ, ਇਸ ਮਨ ਨੂੰ ਉਹ ਕਰਕੇ ਮਿੱਟੀ ਦੇ ਗੋਲੇ ਵਾਂਗ, ਇਹ ਮਿੱਟੀ ਦਾ ਗੋਲਾ ਇਕੱਤਰ ਕੀਤਾ ਹੁੰਦਾ ਵਾ, ਇਸ ਤਰ੍ਹਾਂ ਮਿੱਟੀ ਦੇ ਗੋਲੇ ਵਾਂਗ ਕਹਿੰਦੇ ਇਕੱਤਰ ਕਰਕੇ ਮੇਰੇ ਮਨ ਨੂੰ ਤੇ ਚਿੰਤਾ ਰੂਪੀ ਚੱਕਰ ਉੱਪਰ ਰੱਖਦਾ ਤੇ ਦੁੱਖਾਂ ਜਿਵੇਂ ਉਹ ਚੱਲੀ ਜਾਂਦਾ ਹੈ ਚੱਕਰ, ਇਸੇ ਤਰ੍ਹਾਂ ਦੁੱਖਾਂ ਵਿੱਚ ਜਿਹੜਾ ਹੋਰ ਦੁੱਖ ਪ੍ਰਾਪਤ ਹੁੰਦਾ ਸਵੇਰੇ ਸ਼ਾਮ ਹੀ। ਇਹ ਮਨ ਨੂੰ ਡੰਡਾ ਕੀਤਾ ਹੋਇਆ ਬ੍ਰਹਮਾ ਨੇ ਘੁਮਿਆਰ ਨੇ, ਜਿਸ ਡੰਡੇ ਨੂੰ ਜੋੜ ਕਰਕੇ ਜੋ ਬੜੇ ਜ਼ੋਰ ਨਾਲ ਆਪਣੇ ਹੱਥਾਂ ਦੇ ਜ਼ੋਰਾਂ ਨਾਲ ਫੇਰੀ ਚੱਲੀ ਜਾਂਦਾ, ਫੇਰੀ ਚੱਲ ਕਰਕੇ ਚਲਾਈ ਜਾਂਦਾ। ਤੇ ਜਿਵੇਂ ਉਹ ਘੁਮਿਆਰ ਇਸ ਤਰ੍ਹਾਂ ਚੱਕਰ ਤੇ ਡੰਡੇ ਨੂੰ ਘੁਮਾ ਕੇ ਬੜੇ ਭਾਂਡੇ ਘੜੀ ਜਾਂਦਾ ਨਾ, ਇਸੇ ਤਰ੍ਹਾਂ ਕਹਿੰਦੇ ਹੋਰ ਦੇ ਹੋਰ ਅਤਰ ਕਹੀਏ ਹੋਰ, ਇਸੇ ਤਰ੍ਹਾਂ ਬ੍ਰਹਮਾ ਘੁਮਿਆਰੀ ਕਰਦਾ। ਮਿੱਤਰ ਬਲਬ ਪਿਆਰੇ ਪਰ ਗਲਬ ਚਤਰ, ਇਸ ਤਰ੍ਹਾਂ ਕੁਲਾਲਵਤ ਘੁਮਿਆਰ ਵਾਂਗ ਘੜੀ ਜਾਂਦਾ ਬਰਤਨ। ਕੌਣੇ ਵਿਦ ਕਰੇ ਵਿਦ ਕਿਹੜੀ ਵਿਧੀ ਕਰਦਾ, ਵਿਦ ਬ੍ਰਹਮਾ ਵੈ ਤੋ ਘਰੇ ਹੈ। ਕਹਿੰਦੇ ਉਹ ਤੇ ਬਸ ਘੜਿਆਂ ਨੂੰ ਹੀ ਘੜਦਾ ਹੈ ਤੇ ਕਿਹੜੀ ਵਿਧੀ ਕੀਤੀ ਚੰਗੀ। ਇਸ ਤਰ੍ਹਾਂ ਸੰਕਲਪਾਂ ਨੂੰ ਰੁਕਣ ਨਹੀਂ ਦਿੰਦਾ ਹੈ। ਆਹੋ ਮੈਂ ਨਾ ਜਾਣੋ ਭੋਰਾ ਦੇਵ ਮੋਤੇ ਮੁਖ ਮੋਰਾ। ਇੱਥੇ ਮੋਤੇ ਪਾਠ ਨਹੀਂ ਕਹਿਣਾ, ਮੋਹ ਤੇ ਅੱਡ ਪਾਠ ਕਰਨਾ। ਆਹੋ ਕਹੀਏ ਆਸ਼ਚਰਜ ਜਾਂ ਹਾਏ ਅਫਸੋਸ ਹੈ। ਬੜੀ ਅਚਰਜ ਵਾਲੀ ਗੱਲ ਹੈ। ਇਸ ਗੱਲ ਨੂੰ ਰੱਤੀ ਜਿੰਨਾ ਨਹੀਂ ਜਾਣਿਆ
कि मैं इस गल नूं रत्ती जिन्ना नहीं जाने, आहो मैं ना जानूँ भूरा भूरा कहिए, भूरा मत रत्ता भर भी मैं जानिया ही नहीं है। देव मोह ते मुख मोरा, देव परमात्मा ने, प्रकाश रूप ने, जां फल वरदाती परमात्मा ने मेरे वालों तो मूँह ही मोड़ लिया है। मोह तो कि मेरे तो मुख ही मोड़ लिया है। चिंता विखे मोरा, ਅਤੇ ਇਸੇ ਕਰਕੇ ਕਹਿੰਦੇ ਜਿਹੜੀ ਚਿੰਤਾ ਰੂਪ ਅੱਗ ਵਿੱਚ ਉੱਥੇ ਜਿਹੜਾ ਮੇਰਾ ਚਿੱਤ ਆ ਉਹ ਨੇਤੀ ਸੜਦਾ ਰਹਿੰਦਾ। ਚਿੰਤਾ ਵਿਖੇ ਮੋਰਾ, ਮੋਰਾ ਚਿੰਤਾ ਦੇ ਵਿੱਚ, ਚਿੱਤ ਜਿਹੜਾ ਨਿਤ ਜਾ ਰਹੇ ਹੈ, ਨੇਤੀ ਸੜਦਾ ਰਹਿੰਦਾ ਹੈ। ਇਸੇ ਕਰਕੇ ਸੜਦਾ ਰਹਿੰਦਾ ਹੈ ਕਿਉਂਕਿ ਪਰਮਾਤਮਾ ਨੇ ਫਲ ਵਰਦਾਤੇ ਨੇ ਤੇ ਕਹਿੰਦੇ ਮੇਰੇ ਤੋਂ ਮੁੱਖ ਮੋੜ ਲਿਆ। ਅਤੇ ਜਿੱਥੋਂ ਮੁੱਖ ਮੋੜ ਲਿਆ ਉੱਥੇ ਫਿਰ ਖੁਸ਼ੀ ਤਾਂ ਕੋਈ ਰਹਿੰਦੀ ਨਹੀਂ। ਹਾਂਜੀ, ਪਰਮਾਤਮਾ ਦਾ ਮੁੱਖ ਮੋੜਨਾ ਕਹਿਣਾ ਯੋਗ ਕੀ ਵੀ ਜੋਗ ਆ, ਕਿਉਂਕਿ ਉਹ ਤਾਂ ਸਾਰਿਆਂ ਨੂੰ ਪਰਮਾਤਮਾ ਸਮ ਬਰਾਬਰ ਹੀ ਜਾਣਦਾ ਵੀ ਉਹ ਕਿਵੇਂ ਮੁੱਖ ਮੋੜ ਸਕਦਾ। ਇਹ ਪਰ ਨਹੀਂ, ਕਹਿੰਦੇ ਜਿਹੜੇ ਵਾਹਿਗੁਰੂ ਦੇਵ ਪਰਮਾਤਮਾ ਦੀ ਕਿਰਪਾ ਨਹੀਂ ਆ, ਇਹਨਾਂ ਕਿਰਪਾ ਤੋਂ ਬਿਨਾਂ ਜਿਹੜੇ ਦੁੱਖ ਰੂਪੀ ਸੰਬੰਧੀਆਂ ਤੋਂ ਛੁੱਟਣਾ ਨਹੀਂ ਨਾ ਹੋ ਰਿਹਾ। ਸੰਬੰਧੀਆਂ ਤੋਂ, ਇਹ ਮਿੱਤਰਾਂ ਦੇ ਪਿਆਰਿਆਂ ਚਤਰ ਸਿਆਣਿਆਂ ਤੋਂ ਇਹਨਾਂ ਨਾਲ ਦੀ ਪ੍ਰੀਤੀਆਂ ਪਈਆਂ ਹੋਈਆਂ। ਇਸ ਤਰ੍ਹਾਂ ਮਨ ਮੁੱਖ ਹੀ ਮੁੜਿਆ ਹੋਇਆ। ਜੇ ਮੁੱਖ ਨਾ ਮੁੜਿਆ ਹੋਵੇ ਤੇ ਫਿਰ ਉਧਰੋਂ ਦੁਨੀਆ ਤੋਂ ਲੋਕ ਕਟੰਬ ਸੁਭੋਂ ਤੇ ਤੋਰਿਆ ਤੋਂ ਆਪਨ ਬੇਡੀ ਆਵੇ ਹੋ, ਫਿਰ ਪਰਮੇਸ਼ਰ ਆ ਬੇਡੀ ਕਰਤਨਾ ਖਾਣ ਆਪ ਹੁੰਦਾ, ਜੇ ਭਗਤ ਨਾਮਦੇਵ ਜੀ ਕਹਿੰਦੇ ਆ। ਤਾਂ ਕਰਕੇ ਕਹਿੰਦੇ ਜਿਹੜਾ ਪਰਮਾਤਮਾ ਦੀ ਕਿਰਪਾ ਨਹੀਂ ਨਾ ਹੋ ਰਹੀ ਤੇ ਆ ਦੁੱਖ ਰੂਪੀ ਸੰਬੰਧੀਆਂ ਤੋਂ ਜਿਹੜਾ ਛੁੱਟਣਾ ਨਹੀਂ ਹੋ ਰਿਹਾ। ਇਸੇ ਕਰਕੇ ਪਰਮਾਤਮਾ ਦਾ ਮੁੱਖ ਮੋੜਨਾ ਕਹਿ ਕੇ ਲਾਂਭਾ ਜਾ ਦਿੱਤਾ ਹੈ। ਠੀਕ ਆ ਜੀ, ਇਹ ਇੱਥੇ ਪ੍ਰਯੋਜਨ ਤਾਂ ਲਾਂਭਾ ਦਿੱਤਾ ਹੈ ਅਤੇ ਫਲ ਜਿਹੜਾ ਬ੍ਰਹਮਾ ਹੈ ਅਤੇ ਉਹਨੂੰ ਦੇ ਲਾਂਭੇ ਹੀ ਦਿੱਤੇ ਆ। ਅਤੇ ਪਰਮਾਤਮਾ ਨੇ ਮੁੱਖ ਮੋੜਿਆ ਬ੍ਰਹਮਾ ਦੀ ਇਸ ਗੱਲ ਕਰਕੇ ਜਿਹੜਾ ਮਨ ਰੂਪੀ ਮਿੱਟੀ ਦੇ ਗੋਲੇ ਵਾਂਗ ਮਨ ਨੂੰ ਕਹਿੰਦੇ ਇਕੱਤਰ ਕਰਕੇ ਚਿੰਤਾ ਰੂਪੀ ਚੱਕਰ ਧਰੀ ਜਾਂਦਾ ਅਤੇ ਦੁੱਖਾਂ ਵਿੱਚ ਹੋਰ ਦੁੱਖ ਪ੍ਰਾਪਤ ਸਵੇਰੇ ਸ਼ਾਮੀ ਹੋ ਹੀ ਜਾਂਦਾ। ਕਬਿਤ ਕੁਲ ਕੋ ਜੋ ਮਾਨ ਸੋ ਮਹਾਨ ਦ੍ਰਿੜ ਗ੍ਰੰਥ ਆਹੇ। ਹੁਣ ਅੱਗੇ ਕੁੱਲ ਦਾ ਜਿਹੜਾ ਮਾਨ ਅਭਿਮਾਨ ਆ ਇਹਦੀ ਗੱਲ ਕਰਦੇ ਹੋਏ ਲਿਖ ਰਹੇ। ਕੁਲ ਕੁਝ ਮਾਨ ਸੋ ਮਹਾਨ ਦ੍ਰਿਗ, ਮਹਾਨ ਦ੍ਰਿੜ ਗ੍ਰੰਥ ਆਹੇ। ਦ੍ਰਿਗ ਬਾਣੀ ਦ੍ਰਿੜ ਗ੍ਰੰਥ ਆਹੇ। ਛਤਰੀ ਬ੍ਰਾਹਮਣ ਉੱਚੀ ਉੱਚੀਆਂ ਕੁਲਾਂ ਜਿਹੜੇ ਛਤਰੀ ਆਦਿ ਬ੍ਰਾਹਮਣ ਆਦਿ ਕੁੱਲ ਦਾ ਜੋ ਮਾਣ ਹੈ ਕਹਿੰਦੇ ਬਹੁਤਾ ਹੀ ਨਾ ਮਾੜਾ ਹੈ। ਇਹਦੀ ਜੋ ਬੜੀ ਪੱਕੀ ਗੰਢ ਹੈ ਮਨ ਦੇ ਵਿੱਚ ਹੋਈ। ਅਸਲ ਵਿੱਚ ਜਿਹੜਾ ਕਵਿਤ ਆ ਇਹਦੇ ਵਿੱਚ ਲਾਂਭਾ ਬ੍ਰਹਮਾ ਨੂੰ ਦੇਣ ਲੱਗੇ ਆ, ਜਿਸ ਕਰਕੇ ਅਖੀਰੀ ਤੁਕ ਆਉਂਦੀ ਐਸੀ ਪੇਟ ਕੀ ਪਟਾਰੀ ਲਾਈ ਕਰੂਰ ਮੁਖ ਚਾਰੀ। ਤਾਂ ਕਰਕੇ ਇੱਥੇ ਪੇਟ ਦੀ ਗੱਲ ਹੋ ਰਹੀ ਹੈ। ਕਹਿੰਦੇ ਵੀ ਕੁੱਲ ਦਾ ਮਾਣ ਜਿਹੜਾ ਵਾ ਇਹ ਬੜਾ ਮਹਾਨ ਦ੍ਰਿੜ ਪੱਕੀ ਗੰਢ ਆ। ਆਹ ਕੁੱਲ ਦਾ ਮਾਣ ਹੀ ਬੜੀ ਚੀਜ਼ ਹੁੰਦੀ ਆ। ਉਹ ਆਪਾਂ ਪਹਿਲਾਂ ਕਵਿਤ ਨਹੀਂ ਵਿਚਾਰਿਆ, ਕਵਿਤ ਥੱਲੇ ਲਿਖਿਆ ਪੇਟ ਦੀ ਪਟਾਰੀ ਦੀ ਗੱਲ ਕੀਤੀ ਵੀ ਕਿਉਂ ਲਾਈ ਬ੍ਰਹਮਾ ਨੇ, ਜਿਹੜੀ ਪੇਟ ਦੀ ਪਟਾਰੀ ਨਾਂ ਦੇ ਕੁੱਲ ਦਾ ਮਾਣ ਹੀ ਰਹਿਣ ਦਿੰਦੀ। ਕਹਿੰਦੇ ਕੁੱਲ ਦਾ ਜੋ ਮਾਣ ਆ ਇਹ ਤੇ ਮਹਾਨ ਦ੍ਰਿੜ ਗ੍ਰੰਥ ਹੈ, ਬੜੀ ਪੱਕੀ ਗੰਢ ਹੈ। ਤਾਂ ਇਹ ਕਿ ਪ੍ਰਭੇਦਨ ਕੇ ਮਾਹੇ ਸਿਆਣੀ ਭਾਰੀ ਹੈ। ਉਸ ਦੇ ਪ੍ਰਭੇਦਨ ਕੇ ਖੋਲ੍ਹਣ ਦੇ ਵਿੱਚ ਇਹ ਬੜੀ ਭਾਰੀ ਸਿਆਣੀ ਹੈ। ਠੀਕ ਹੈ ਜੀ, ਕੀ ਸਿਆਣੀ ਆ? ਪੇਟ ਦੀ ਪਟਾਰੀ ਭਾਵ ਕੁੱਲ ਦਾ ਮਾਣ ਬੜੀ ਚੀਜ਼ ਹੈ, ਪਰ ਉਸ ਤੇ ਉਹ ਕੁੱਲ ਦਾ ਮਾਣ ਇਹ ਬੜੀ ਮਹਾਨ ਪੱਕੀ ਗੰਢ ਆ ਅਤੇ ਪੱਕੀ ਗੰਢ ਖੋਲ੍ਹ ਨਹੀਂ ਸਕਦੀ। ਇਹਨੂੰ ਜੋ ਖੋਲ੍ਹਣਾ ਨਾ ਕਹਿੰਦੇ ਉਹਨੂੰ ਖੋਲ੍ਹਣ ਦੇ ਵਿੱਚ ਪ੍ਰਭੇਦਨ ਕੇ ਵਿਸ਼ੇਸ਼ ਕਰਕੇ ਭੇਦਨ ਵਿੰਨਣ ਦੇ ਵਿੱਚ ਖੋਲ੍ਹਣ ਵਿੱਚ ਬੜੀ ਭਾਰੀ ਸਿਆਣੀ ਹੈ। ਕਿ ਪੇਟ ਦੀ ਪਟਾਰੀ ਫਿਰ ਗੁਣ ਗਾਣ ਕਵੀ ਵਾਰੀ ਵਾਰੀ ਕੋ ਖਿਰਾਨ ਵਾਰੀ। ਉਸ ਨੂੰ ਨਾਸ਼ ਕਰਨ ਵਿੱਚ ਬੜੀ ਸਿਆਣੀ ਆ। ਅਤੇ ਪੰਡਤ ਆਦਿਕ ਪੰਡਾ ਤੱਤ ਬੁੱਧੀ ਆਦਿਕ ਅਤੇ ਸਮੂਹ ਗੁਣਾ ਰੂਪ
ਜੋ ਗੁਣ ਗਾਣ ਪਾ ਗਾਣ ਨਾਮ ਸਮੂਹ ਦਾ ਗੁਣ ਨਾਮ ਗੁਣਾ ਸਮੂਹ ਗੁਣਾਂ ਦੀ ਇਹ ਜੋ ਸਮੂਹ ਗੁਣਾਂ ਰੂਪ ਕਵੀ ਕਈ ਕਮੀਆਂ ਜਿਹੜੀਆਂ ਰਾਤ ਕਵਲ ਫੁੱਲ ਹੁੰਦੇ ਉਹਨਾਂ ਨੂੰ ਕਮੀਆਂ ਕਹਿੰਦੇ। ਕੌਲ ਤੂੰ ਹੈ ਕਵਲ ਤੂੰ ਹੈ ਆਪੇ ਵੇਖ ਵਿਗਾਸ ਹੈ। ਗੁਰਬਾਣੀ ਵਿੱਚ ਆਉਂਦਾ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ। ਕੌਲ ਵੀ ਤੂੰ ਅਤੇ ਕਮੀਆਂ ਵੀ ਤੂੰ। ਉਹ ਕਮੀਆਂ ਜਿਹੜੀਆਂ ਰਾਤ ਖੇਡਦੀਆਂ ਚੰਦਰਮਾ ਦੀ ਚਾਂਦਨੀ ਵਿੱਚ ਕਹਿੰਦੇ ਇਹ ਜਿਹੜੀ ਕੁੱਲ ਦਾ ਮਾਣ ਆ ਨਾ ਇਹ ਤਾਂ ਵੇਖੋ ਮਹਾਨ ਪੱਕੀ ਗੰਢ ਹੈ ਅਤੇ ਉਹਨੂੰ ਖੋਲ੍ਹਣ ਵਿੱਚ ਬੜੀ ਸਿਆਣੀ ਭਾਰੀ ਆ। ਕੀ ਪੇਟ ਦੀ ਪਟਾਰੀ ਜਿਹੜੀ ਲਾਈ ਬ੍ਰਹਮਾ ਨੇ। ਅਤੇ ਫਿਰ ਹੋਰ ਵੀ ਕਹਿੰਦੇ ਜਿਹੜੇ ਸਮੂਹ ਪੰਡਿਤ ਹੋਣਾ ਵਿਦਵਾਨ ਹੋਣਾ ਬੜੇ ਸਿਆਣੇ ਹੋਣਾ ਸਮੂਹ ਗੁਣਾ ਰੂਪ ਜਿਹੜੀ ਕਵੀਆਂ ਉਹ ਕਵੀਆਂ ਦੀ ਵਾਰੀ ਕੀ ਵਾੜੀ ਆ ਉਹ ਵਾੜੀ ਕੋ ਕਿਰਾਨ ਵਾਰੀ। ਉਸ ਵਾੜੀ ਨੂੰ ਇਹ ਖਿਡਾਉਣ ਵਾਲੀ ਖਿਡਾਵਣ ਵਾਲੀ ਖਿੰਡ ਪੁੰਡ ਕਰਨ ਵਾਲੀ ਖਿੰਡ ਪੁੰਡ ਕਰਨ ਵਾਲੀ ਸੋਬਰ ਸੋਮ ਉਜਿਆਰੀ ਲਾਜ ਲਤਾ ਕੋ ਕੁਹਾਰੀ ਹੈ। ਸੋਬਰ ਨਾਮ ਸ੍ਰੇਸ਼ਟ ਦਾ ਜਾਂ ਸੁੰਦਰ ਦਾ ਸੁੰਦਰ ਸ੍ਰੇਸ਼ਟ ਜੋ ਸੋਮ ਚੰਦਰਮਾ ਹੈ। ਚੰਦਰਮਾ ਦੀ ਜਿਹੜੀ ਉਜਿਆਰੀ ਕੇ ਉਜਿਆਲਾ ਚਾਨਣੀ ਹੈ ਉਸ ਚਾਂਦਨੀ ਨੂੰ ਅਤੇ ਲਾਜ ਲਤਾ ਕੋ ਕੁਹਾਰੀ ਹੈ ਅਤੇ ਲੱਜਾ ਰੂਪੀ ਜਿਹੜੀ ਲਤਾ ਬੇਲ ਆ ਉਹ ਬੇਲ ਦੇ ਨਾਸ ਕਰਨ ਨੂੰ ਕਹਿੰਦੇ ਕੁਹਾੜੀ ਵਾਂਗ ਪੇਟ ਦੀ ਪਟਾਰੀ ਭਾਵ ਨਾ ਦੀ ਸ਼ਰਮ ਰਹਿ ਜਾਂਦੀ ਬੰਦਾ ਜਦੋਂ ਮੰਗਦਾ ਵਿਚਾਰਾ ਨਾ। ਅਤੇ ਉੱਥੇ ਵੇਖੋ ਜਿਹੜਾ ਵਿਦਵਾਨ ਹੋਣਾ ਉਹ ਵੀ ਨਹੀਂ ਰਹਿ ਜਾਂਦਾ ਜਦੋਂ ਮੰਗਣ ਤੁਰ ਪਿਆ ਕਹਿਣਾ ਕਰਦਾ ਵਿਦਵਾਨ ਆ। ਜਿਹੜੇ ਸਮੂਹ ਗੁਣ ਅੰਦਰ ਕਿੰਨੇ ਵੀ ਹੋਣਾ ਜਦੋਂ ਮੰਗਣ ਲੱਗਾ ਨਾ ਉਦੋਂ ਗੁਣ ਥੋੜ੍ਹੀ ਕਿਨ ਵੇਖਣਾ ਕਹਿਣਾ ਕੌਣ ਕਾਹਦਾ ਮੰਗਦਾ ਫਿਰਦਾ ਮੰਗਦਾ ਹੀ ਹੈ। ਜਿਹੜਾ ਸਮੂਹ ਗੁਣਾ ਰੂਪ ਕਈਆਂ ਦੀ ਜਿਹੜੀ ਵਾੜੀ ਆ ਉਸ ਵਾਰੀ ਕੋ ਖਿਰਾਨ ਵਾਰੀ ਵਾੜੀ ਨੂੰ ਖਿਡਾਉਣ ਪਾਉਣ ਵਾਲੀ ਹੈ ਭਾਵ ਖੇਰੂ ਖੇਰੂ ਕਰ ਦੇਣ ਵਾਲੀ ਹੈ। ਸੁਭਰ ਸੋਮ ਉਜਿਆਰੀ ਜਿਹੜਾ ਸੁੰਦਰ ਸ੍ਰੇਸ਼ਟ ਸੋਮ ਚੰਦਰਮਾ ਦੀ ਉਜਿਆਰੀ ਉਜਿਆਲਾ ਚਾਂਦਨੀ ਆ ਅਤੇ ਲੱਜਾ ਲਾਜ ਲਤਾ ਕੋ ਕੁਹਾਰੀ ਹੈ। ਲੱਜਾ ਰੂਪੀ ਸ਼ਰਮ ਰੂਪੀ ਲਤਾ ਬੇਲ ਨੂੰ ਤੇ ਕੁਹਾੜੀ ਵਾਂਗ ਆ। ਮੋਖ ਭੋਗ ਸੁਖ ਆਰੀ ਦੀਨਤਾ ਕਲੇਸ਼ ਗਿਆਰੀ ਮੁਕਤੀ ਅਤੇ ਮੁਕਤੀ ਦਾ ਸੁੱਖ ਦੇ ਭੋਗਾਂ ਦਾ ਸੁੱਖ ਉਸ ਨੂੰ ਤੇ ਕਹਿੰਦੇ ਪੇਟ ਦੀ ਪਟਾਰੀ ਆਰੀ ਵਾਂਗ ਆ। ਨਾ ਦੇ ਪਦਾਰਥ ਹੀ ਰਹਿ ਜਾਂਦੇ ਪਦਾਰਥਾਂ ਸੁੱਖ ਕਿੱਥੇ ਮਿਲਦੇ ਆ। ਹਾਂਜੀ ਜਦੋਂ ਪੇਟ ਨੂੰ ਭੁੱਖ ਹੋਵੇ ਮੁਕਤੀ ਕਿੱਥੇ ਰਹਿ ਜਾਂਦੀ ਉੱਥੇ ਜਦੋਂ ਪੇਟ ਨੂੰ ਭੁੱਖ ਹੋਵੇ ਹੈਂ ਉੱਥੇ ਬੰਦਗੀ ਉੱਥੇ ਤਾਂ ਭੁੱਖ ਨੇ ਸਦਾਇਆ ਹੁੰਦਾ ਭੁੱਖੇ ਭਗਤ ਨਾ ਕੀ ਜੈ। ਦੀਨਤਾ ਕਲੇਸ਼ ਗਿਆਰੀ ਹੈ। ਦੀਨਤਾ ਗਰੀਬੀ ਕਲੇਸ਼ ਸਰੀਰ ਨੂੰ ਕਲੇਸ਼ ਇਸ ਤਰ੍ਹਾਂ ਕਲੇਸ਼ਾਂ ਦੀ ਜਾਂ ਕਲੇਸ਼ ਕੇ ਦੁੱਖਾਂ ਦੀ ਦੀਨਤਾ ਤੋਂ ਲੈ ਕੇ ਦੁੱਖਾਂ ਦੀ ਤੇ ਕਹਿੰਦੇ ਕਿਆਰੀ ਖੇਤੀ ਹੀ ਹੈ। ਕਿਆਰੀ ਹੈ ਖੇਤੀ ਹੀ। ਧੀਰਜ ਕੇ ਦੀਪ ਕੋ ਸਮਾਨ ਬਿਆਰੀ ਹਾਰੀ ਹੈ। ਜਿਹੜੀ ਧੀਰਜ ਦਾ ਰੂਪ ਦੀਵਾ ਹੈ ਉਸ ਦੀਵੇ ਨੂੰ ਤੇ ਕਹਿੰਦੇ ਉਸ ਧੀਰਜ ਦੇ ਦੀਵੇ ਨੂੰ ਸਮਾਨ ਬਿਆਰੀ ਹਾਰੀ ਹੈ। ਬਿਆਰੀ ਭਾਵ ਹਵਾ ਦੇ ਸਮਾਨ ਹੋਣ ਵਾਲੀ ਹੈ। ਹਾਂਜੀ ਦੀਵੇ ਦੇ ਧੀਰਜ ਰੂਪੀ ਦੀਵੇ ਦੇ ਨਾਸ਼ ਕਰਨ ਨੂੰ ਪਾਉਣ ਦੇ ਸਮਾਨ ਆ। ਹਾਂਜੀ ਇਹੋ ਜਿਹੀ ਮਾੜੀ ਆ ਪੇਟ ਦੀ ਪਟਾਰੀ। ਧੀਰਜ ਕੇ ਦੀਪ ਕੋ ਸਮਾਨ ਬਿਆਰੀ ਹਾਰੀ ਹੈ। ਧੀਰਜ ਰੂਪੀ ਦੀਵੇ ਦੇ ਨੂੰ ਕਹਿੰਦੇ ਸਮਾਨ ਬਿਆਰੀ ਭਾਵ ਹਵਾ ਸਮਾਨ ਹਾਰੀ ਕਹੀਏ ਨਾਸ ਕਰਨ ਵਾਲੀ ਹੈ। ਪੇਟ ਕੀ ਪਟਾਰੀ ਲਾਈ ਕਰੂਰ ਮੁਖ ਚਾਰੀ ਪੂਰ। ਪੇਟ ਦੀ ਜਿਹੜੀ ਪਟਾਰੀ ਆ ਪਾੜ ਪੇਟ ਆ ਇਹ ਪੇਟ ਰੂਪੀ ਪਟਾਰੀ ਕਹਿੰਦੇ ਇਹੋ ਜਿਹੀ ਲਾਈ ਹੈ ਕਰੂਰ ਕਹੀਏ ਭੈੜੇ ਮੁਖ ਚਾਰੀ ਚਾਰ ਮੁਖਾਂ ਵਾਲੇ ਭਾਵ ਬ੍ਰਹਮਾ ਚੰਦਰੇ ਬ੍ਰਹਮਾ ਕੂ ਭੈੜੇ ਬ੍ਰਹਮਾ ਨੇ ਕਹਿੰਦੇ ਇਸ ਤਰ੍ਹਾਂ ਦੀ ਬਣਾਈ ਆ ਪੇਟ ਦੀ ਪਟਾਰੀ ਜੋ ਮਨੁੱਖ ਦੇ ਸਰੀਰ ਨਾਲ ਲਾਈ ਹੋਈ ਆ। ਅਤੇ ਪੂਰ ਸਭੀ ਹਾਰ ਠਾਗੀ ਵਿਸ ਸਾਰੀ ਹੈ। ਜਿਹੜਾ ਪੂਰ ਉੱਪਰ ਸ਼ਬਦ ਲੱਗਾ ਨਾ ਪੇਟ ਕੀ ਪਟਾਰੀ ਲਾਈ ਕਰੂਰ ਮੁਖ ਚਾਰੀ ਇੱਥੇ ਵਿਸ਼ਰਾਮ ਲਾ ਦਿਓ। ਪੂਰ ਸਭੀ ਹਾਰ ਠਾਗੀ ਵਿਸ ਸਾਰੀ ਹੈ। ਪੂਰ ਭਰਦੀ ਸਭੀ ਸਾਰੀ ਜਿਹੜੀ ਦੁਨੀਆ ਉਹ ਹਾਰ ਗਈ ਆ ਥੱਕ ਗਈ ਆ ਅਤੇ ਪਰ ਪੇਟ ਦੀ ਪਟਾਰੀ ਨਹੀਂ ਭਰ ਸਕੀ। ਆਪਾਂ ਵੇਲਾ ਕਦੋਂ ਜੋ ਜੰਮਦੇ ਅੰਟ ਤਾਂ ਖਾਂਦੇ ਰਹਿੰਦੇ ਕਿਤੇ ਭਰਦਾ ਪੇਟ ਠਾਗੀ ਵਿਸ ਸਾਰੀ ਹੈ। ਇਸ ਕਰਕੇ ਵਿਸ ਕਹੀਏ ਜਿਹੜੀ ਦੁਨੀਆ ਹੈ ਉਹ ਸਾਰੀ ਦੀ ਸਾਰੀ ਠੱਗੀ ਗਈ ਹੈ ਬ੍ਰਹਮਾ ਦੀ ਇਸ ਚਾਲ ਦੇ ਨਾਲ। ਬ੍ਰਹਮਾ ਨੇ ਭਾਵੇਂ ਇਸ ਤਰ੍ਹਾਂ
पेड़ की पटारी ला के ना कि ते ब्रह्मा मानो ठग ही हो गया। ब्रह्मा ने ठग रूप हो के ठग ली है सारी सृष्टि। इहो जी ने पेड़ की पटारी लाई है, उन्होंने भरद्या सारे गुणा जिहड़ी है सारे गुणा तो भी सृष्टि सारी हार गई है। जिन्हें गुण खत्म हो जाते जो भुख लगी हो, वेखो चंगे चंगे गुणवान मूर्ख लोगों की नौकरियां करन डे है। इहो जिहा पेड़ ब्रह्मा ने लाया जे जी खातर सारे गुणां नूं पुरुष जिहड़े आ गवा रहे हैं, अपमान आदि सहार रहे हैं। सो ऐसा कहते भी जिहड़ा आ भार पेड़ जिहड़ा भरना ही नहीं कदी, इनू क्यों लाउणा सी, लाउण दी की जरूरत सी। ना लाउंदा ते आपे जिथे मर्जी साधु संत बैठे रहिंदे। बड़ा सोहना पंडित गुलाब सिंह जी ने लिखिया ना कि ब्रह्मा ने बड़ा धोखा किया, जिस करके उन्होंने इधर उधर जाना पैंदा। संतां साधुआं नूं बड़े ਉਹਦੇ उत्तर ही बड़े सोहने दिते आ, पर एक पक्ष ना चली तो वेखो है भी गल सच्ची। पेट करके कित्थे किते धक्के खाने पैंदे। अज भी जिथे भी जाओ ना बस पेट का ही स्यापा। पेट ना लगा हो किसी की कोई परवाह ना करे। पेट करके कोई सच नहीं बोल सकता, दीन हो के चलना पैंदा। सारियां दी इहो जी हालत है। हुण फिर बड़े शब्द कड़वे जे ब्रह्मा नूं कहण लगे कि बेत नागों को आहार ब्यार माटी की नो मुख चार मुखां वाला पा ब्रह्मा। कहते ब्रह्मा ने जड़ी वेखो नागों को आहार, नागां दा सपां दा आहार आ, वो ब्यार कहिए हवा ते माटी किनो मिट्टी कीता होया है। बस ब्रह्मा ने सपां की खुराक हवा की मिट्टी बनाई हुई है। उद्यम ना हिंसावार सुख लाभ होए हैं। जिस नूं प्राप्त कर लई ना ही कहते किसी उद्यम की लोड़ है ते ना ही किसी हिंसा की लोड़ भी किसी नूं मार ही सकन, किसी नूं मार देण हिंसा हुंदा, किसी नूं मारना अहिंसा हुंदा। जीव हत्या ना करनी, हिंसा हुंदी जीव हत्या करनी। कहते ना तो उद्यम की लोड़ है तो ना हिंसा ही करनी पैंदी है, सगों सहजे ही सुख लाभ होए हैं। सुख की लाभ की प्राप्ति होए है हुंदी है, सुख नाल ही प्राप्त हो जाती है उन्हां दी खुराक। महाराज कहते ना ते तस्कर जो नाम ना लेव है वास है कोट पंचासा। धरती का 50 करोड़ योजनावां जिहड़ा हिस्सा अखीरला उत्थे कहते तांबे दी धरती साफी वसदे। आड़ी नेरी नूरी आउंदी उत्थे जाके इकट्ठा हुंदा सारा कूड़ा करकट। सप बड़े तगड़े तगड़े कुंडलों में घटे नूं लैके ते फिर उन्हें छकते रहिंदे आ जां हवा का सेवन करते हैं। नागों को आहार ब्यार माटी की नो मुखचर। ब्रह्मा ने नागां दा आहार सपां दा आहार ब्यार हवा की मिट्टी कीता होया। उद्यम ना हिंसा वार, ना तो हिंसा का वार करना पैंदा ना उद्यम ही करना पैंदा, सगों सुख लाभ होए। सुख नाल ही लाभ हो जाता, सुख नाल ही लाभ की प्राप्त हो जाती है। अंकुर दृणाद सुवाद सोदा सो प्रसाद पाए। अंकुर नाम जिहड़ा तृण आद, अंकुर नाम खेती का है। खेती ते तृण भाव घाह फूस आद। हाँ जी, ते इहदा स्वाद जिहड़ा सोदा कहिए अमृत वर्गा। सो अमृत वर्गा सोदा सो अमृत वर्गा भाव स्वाद। प्रसाद पाए, प्रसाद नाम है भोजन का। इस तरह प्रसाद कृपा पा प्रसाद भोजन पा के पशु वृंद अहलाद धार धारा सोए हैं। पशु वृंद के सारे पशु जिहड़े अहलाद आनंद धार के धारण करके धरती ते सोए सौंदे हैं जी। खेती ते घातक अमृत वर्गे स्वाद वाली पशुओं की खुराक है तो जिस नूं खा के सारे पशु आनंद नाल धरती ते सौ जाते हैं। अंकुर नाम खेती का। खेती ते घाह फूस आदि का जिहड़ा स्वाद आ कहते असुदा सो अमृत वर्गा जान करके ना ते उस प्रसाद पा के भोजन पा के शुक्र मनाते मन विच
ਪਸ਼ੂ ਬਰਿੰਦ ਸਾਰੇ ਪਸ਼ੂ ਅਹਿਲਾਦ ਧਾਰ ਧਾਰਾ ਸੋਏ ਹੈ। ਅਹਿਲਾਦ ਪਾ ਆਨੰਦ ਖੁਸ਼ੀ ਧਾਰ ਕੇ ਧਰਾ ਧਰਤੀ ਉੱਪਰ ਸੋਏ ਸੌਂਦੇ ਹੈ। ਰਚੀ ਨਰੋਂ ਕੀ ਕੋ ਬ੍ਰਿਤ ਸਿੱਧ ਜੋ ਨਾ ਬਿਨਾ ਬਿਤ। ਕਹਿੰਦੇ ਨਰੋਂ ਪੁਰਸ਼ਾਂ ਦੀ ਤੇ ਜਿਹੜੀ ਆ ਰਚੀ ਬਣਾਈ ਤੇ ਹੈ। ਨਰੋਂ ਕੀ ਪੁਰਸ਼ਾਂ ਦੀ ਰਚੀ ਬਣਾਈ ਆ ਕੋ ਬ੍ਰਿਤ। ਖੋਟੀ ਜਿਹੜੀ ਬ੍ਰਿਤ ਭਾਵ ਜੀਵਕਾ, ਬ੍ਰਿਤ ਨਾਮ ਜੀਵਕਾ ਦਾ, ਖੋਟੀ ਜੀਵਕਾ ਬੁਰੀ ਉਪਜੀਵਕਾ ਜਿਨ੍ਹਾਂ ਪੇਟ ਪਾਲਣਾ। ਸਿੱਧ ਜੋ ਨਾ ਬਿਨਾ ਬਿਤ, ਜੋ ਕਹਿੰਦੇ ਬਿਨਾ ਬਿਤ ਧਨ ਤੋਂ ਬਿਨਾਂ ਤੇ ਕਹਿੰਦੇ ਸਿੱਧ ਹੀ ਨਹੀਂ ਹੁੰਦੀ। ਧਨ ਤੋਂ ਬਿਨਾਂ ਤੇ ਸਿੱਧ ਪ੍ਰਾਪਤੀ ਨਹੀਂ ਹੁੰਦੀ। ਮਨੁੱਖ ਕੇਵਲ ਕਹਿੰਦੇ ਮਨੁੱਖਾਂ ਦੀ ਉਪਜੀਵਕਾ ਹੀ ਬੁਰੀ ਬਣਾਈ ਆ। ਜੋ ਧਨ ਆਦਿਕ ਤੋਂ ਬਿਨਾਂ ਤੇ ਪ੍ਰਾਪਤੀ ਨਹੀਂ ਹੁੰਦੀ, ਜਾਂ ਲੇਲੜੀਆਂ ਕੱਢੀ ਤੋਂ ਬਿਨਾਂ, ਕਿਹੜੀ ਚਾਕਰੀ ਕੀ ਤੇ ਮੁੱਠੀ ਚਾਪੀ ਤੋਂ ਬਿਨਾਂ। ਧਨ ਸਿੱਧ ਤਨ ਮਿੱਤ ਗੁਣ ਨਿਤ ਖੋਏ ਹੈ। ਤੇ ਜਿਸ ਕਰਕੇ ਮਨੁੱਖ ਵੇਖੋ ਧਨ ਦੀ ਸਿੱਧਤਾ ਵਾਸਤੇ, ਭਾਵ ਧਨ ਦੀ ਪ੍ਰਾਪਤੀ ਤੇ ਨਿਮਿਤ ਕੇ ਵਾਸਤੇ, ਧਨ ਦੀ ਪ੍ਰਾਪਤੀ ਵਾਸਤੇ ਮਨੁੱਖ ਸਦਾ ਹੀ ਜਿਹੜਾ ਨਾ ਨਿਤ ਸਦਾ ਹੀ ਨਿਤ ਹਮੇਸ਼ਾ ਹੀ ਗੁਣ ਖੋਏ ਹੈ, ਗੁਣਾਂ ਨੂੰ ਖੋਂਦਾ ਹੈ, ਸਾਰੇ ਗੁਣਾਂ ਨੂੰ ਨਾਸ ਕਰਦਾ। ਕਿਉਂਕਿ ਜਦੋਂ ਪੈਸਾ ਕਮਾਉਣਾ, ਚੋਰੀ ਠੱਗੀ ਤੇ ਇਹ ਕੰਮ ਕਰਨੇ ਹੀ ਪੈਂਦੇ। ਕਿਤੇ ਆਦੇ ਜਿਹਦੇ ਝੂਠ ਹੈ ਹੀ, ਹਰ ਕੰਮ 'ਚ ਝੂਠ ਹੀ, ਮਾਇਆ ਕਮਾਉਣੀ। ਕਿਤੇ ਕੰਮ ਕਰਨਾ, ਨੌਕਰੀ ਤਨਖਾਹ ਲੈਣੀ, ਤਾਂ ਉੱਥੇ ਨੌਕਰੀ 'ਚ ਬੇਈਮਾਨੀ ਕਰਨੀ ਪੈਂਦੀ। ਹਮੇਸ਼ਾ ਬੇਈਮਾਨੀ ਕਰਨੀ ਵੀ ਕਹੋ ਗੁਣ ਹੀ ਹੈ ਨਾ। ਇਸ ਤਰ੍ਹਾਂ ਗੁਣ ਖੋਏ ਹੈ, ਗੁਣ ਖੋਂਦਾ ਹੈ, ਮਨੁੱਖ ਨਾਸ ਕਰਦਾ ਆਪਣੀ ਉਪਜੀਵਕਾ ਵਾਸਤੇ। ਇਹੋ ਜਿਹੀ ਭੈੜੀ ਬ੍ਰਹਮਾ ਨੇ ਉਪਜੀਵਕਾ ਬਣਾਈ ਹੈ। ਬੜਾ ਗੁੱਸੇ ਨਾਲ ਕਹਿ ਲਏ, ਜਾਨੋ ਸੋ ਵਿਰੋਧ ਵਿਦ ਕਰ ਕਹਾ ਕੀਨੋ ਸਿੱਧ ਰੰਡੀ। ਜਨੋ ਸੋ ਵਿਰੋਧ ਵਿਦ ਕਰ ਕਹਾ ਕੀਨੋ ਸਿੱਧ। ਕਹਿੰਦੇ ਜਨਾਂ ਦੇ ਨਾਲ ਵਿਰੋਧ ਕਰਕੇ ਵਿਦ ਕੇ ਬ੍ਰਹਮਾ ਨੇ, ਜਨੋ ਸੋ ਵਿਰੋਧ, ਜਨਾਂ ਦੇ ਨਾਲ ਵਿਰੋਧ ਵਿਦ ਬ੍ਰਹਮਾ ਨੇ ਕਰਕੇ ਕਹਾ ਕੀਨੋ ਸਿੱਧ, ਕੀ ਸਿੱਧ ਕੀਤਾ ਭਲਾ। ਹਾਂਜੀ, ਬ੍ਰਹਮਾ ਨੇ ਮਨੁੱਖਾਂ ਨਾਲ ਵੈਰ ਕਰਕੇ ਕੀ ਭਲਾ ਕੀ ਉਹਨੇ ਸਿੱਧ ਕੀਤਾ ਵਾ, ਕੀ ਸਿੱਧ ਜਾਂ ਕੀ ਪ੍ਰਾਪਤ ਕੀਤਾ। ਰੰਡੀ ਪੂਤ ਸਾਮਤਾ ਹੈ ਦੰਡੀ ਨਾ ਹੈ ਕੋਏ ਹੈ। ਜਨੋ ਸੋ ਵਿਰੋਧ ਵਿਦ ਕਰ ਕਹਾ ਕੀਨੋ ਸਿੱਧ। ਇੱਥੇ ਵਿਸ਼ਰਾਮ ਲਾਉਣਾ ਤੇ ਰੰਡੀ ਪੂਤ ਸਾਮਤਾ ਤਾਂ ਇਹ ਕਹੀਏ ਉਸ ਰੰਡੀ ਜਿਹੜੀ ਹੁੰਦੀ, ਕਹਿੰਦੇ ਰੰਡੀ ਪੁੱਤ, ਰੰਡੀ ਦੇ ਪੁੱਤ ਨੇ ਨਾ, ਭਾਵ ਰੰਡੀ ਪੂਤ। ਕਹਿੰਦੇ ਮੈਂ ਜਾਣਦਾ ਵੀ ਜੋ ਬ੍ਰਹਮਾ ਨਾ ਉਹਦੇ ਰੰਡੀ ਪੂਤ ਸਾਂ, ਰੰਡੀ ਦੇ ਪੁੱਤਰ ਸਮਾਨ ਹੈ। ਤਾਂ ਹੀ ਦੰਡੀ ਨਾ ਹੀ ਕੋਈ ਹੈ, ਤਾਂ ਹੀ ਕਹੀਏ ਉਸ ਨੂੰ। ਇਸੇ ਕਰਕੇ ਦੰਡੀ ਨਾ ਹੀ, ਵੀ ਦੰਡੀ ਕੇ ਦੰਡ ਦੇਣ ਵਾਲਾ ਕੋਈ ਨਾ ਹੀ ਕੋਏ ਹੈ, ਕੋਈ ਨਹੀਂ ਹੈਗਾ। ਉਹਨੂੰ ਦੰਡ ਦੇਣ ਵਾਲਾ ਤਾਂ ਕੋਈ ਹੈ ਨਹੀਂ। ਬਾਪ ਹੋਵੇ ਤੇ ਉਹਦੀ ਡੰਡਾ ਪਰੇਡ ਕਰੇ ਬ੍ਰਹਮਾ ਦੀ। ਰੰਡੀ ਪੂਤ ਸਮਾਨ ਕਹਿੰਦੇ ਮੈਂ ਜਾਣਦਾ, ਇਸ ਕਰਕੇ ਬ੍ਰਹਮਾ ਦੰਡ ਦੇਣ ਵਾਲਾ ਤਾਂ ਕੋਈ ਹੈ ਨਹੀਂ। ਮਨੁੱਖਾਂ ਨਾਲ ਕਿੰਨਾ ਵਿਰੋਧ ਕੀਤਾ ਤੇ ਕੀ ਇਹਨੇ ਪਤਾ ਸਿੱਧ ਕੀਤਾ। ਲੇਲੜੀਆਂ ਕੱਢਣੀਆਂ ਪੈਂਦੀਆਂ ਧਨ ਵਾਸਤੇ, ਤੇ ਧਨ ਦੇ ਨਾਲ ਹੀ ਉਪਜੀਵਕਾ ਪੈਦਾ ਹੁੰਦੀ। ਪਸ਼ੂ ਵੀ ਚੰਗੇ ਘਾਹ ਫੂਸ ਖਾ ਲੈਂਦੇ ਜੰਗਲਾਂ ਪੈ ਲੈਣ। ਤੇ ਕਿਉਂਕਿ ਪਸ਼ੂ ਤੋਂ ਆਜ਼ਾਦ ਹੀ ਆ, ਇਹ ਤਾਂ ਬੰਦੇ ਨੇ ਉਹਨੂੰ ਅਧੀਨ ਕੀਤਾ ਦੁੱਧ ਚੋਣ ਵਾਸਤੇ। ਨਹੀਂ ਤੇ ਪਸ਼ੂ ਜਿੱਥੇ ਮਰਜ਼ੀ ਚਾਰੇ ਖਾ ਲੈਣ। ਕੁਦਰਤੀ ਸੋਮੇ ਦੇ ਪ੍ਰਗਟ ਹੁੰਦੇ ਰਹਿੰਦੇ, ਪਾਣੀ ਵੀ ਵਾਧੂ ਤੇ ਘਾਹ ਵੀ ਵਾਧੂ ਆ। ਵੈਸੇ ਹੀ ਪਸ਼ੂ ਫੇਰ ਫੁਰ ਕੇ ਜ਼ਿਆਦਾ ਰਾਜੀ ਹੁੰਦਾ, ਖੁਸ਼ ਹੁੰਦਾ। ਸੋਠਾ ਭਾਵਨੇ ਦੇ ਤਰਨ ਮੁਜ਼ਾਰ। ਤਰਨ ਨਾਮ ਹੁੰਦਾ ਧਰਮ ਦਾ, ਭਾਵਨਿਧ ਦਾ ਭਾਵ ਨਾਮ, ਭਾਵਨਿਧ ਭਾਵ ਸਮੁੰਦਰ, ਭਾਵ ਨਾਮ ਸੰਸਾਰ ਦਾ, ਨਿਧ ਨਾਮ ਸਮੁੰਦਰ ਦਾ। ਭਾਵ ਸੰਸਾਰ ਸਮੁੰਦਰ ਦੇ ਮਝਾਰ ਕਹੀਏ ਵਿੱਚ, ਭਾਵ ਸੰਸਾਰ ਸਮੁੰਦਰ ਦੇ ਵਿੱਚੋਂ ਤਰਨ ਕਹੀਏ ਤਰਨ ਲਈ, ਜਾਂ ਸੰਸਾਰ ਸਮੁੰਦਰ ਦੇ ਤਰਨ ਦੇ ਵਿੱਚ। ਬੜੀ ਨਰਨ ਕੀ ਤਰਨ ਦੀ, ਕਹਿੰਦੇ ਤਰਨ ਨਰਨ ਕੀ, ਭਾਵ ਨਰਨ ਕੀ ਤਰਨ ਅਰਥ ਵਾਸਤੇ। ਨਰਨ ਕੀ ਭਾਵ ਪੁਰਸ਼ਾਂ ਦੀ ਜਿਹੜੀ ਤਰਨ ਜਵਾਨੀ ਆ, ਭਾਵ ਜਵਾਨ ਅਵਸਥਾ। ਉਹ ਜਵਾਨ ਅਵਸਥਾ ਵਾਲੀ ਹੀ ਜਿਹੜੀ ਧੀ ਨਾਮ ਬੁੱਧੀ ਦਾ, ਬੁੱਧੀ ਜਿਹੜੀ ਬਲੀ ਹੈ, ਬਲ ਵਾਲੀ ਹੈ। ਪੁਰਸ਼ਾਂ ਦੀ ਜਵਾਨ ਅਵਸਥਾ ਵਾਲੀ ਇਹ ਜਿਹੜੀ ਬੁੱਧੀ ਆ ਉਹੀ ਬਲ ਵਾਲੀ ਸੀ। ਠੀਕ ਹੈ ਜੀ।
ਤੇ ਸੰਸਾਰ ਸਮੁੰਦਰ ਤੋਂ ਤਾਰਨ ਵਿੱਚ ਸਮਰੱਥ ਸੀ। ਪਰ ਕਹਿੰਦੇ ਵੇਦਨਾ ਤਾਹੇ ਆਹਾਰ ਕਤ ਭਾਵ ਕਿਉਂ ਨਹੀਂ ਕਹਿੰਦੇ ਤਾਹੇ ਕਹੀਏ ਉਹਨਾਂ ਪਸ਼ੂਆਂ ਵਾਲਾ ਜਿਵੇਂ ਆਹਾਰ ਆ ਸੌਖਾ, ਸੱਪਾਂ ਵਾਲਾ ਜਿਵੇਂ ਆਹਾਰ ਸੌਖਾ ਆ, ਭੋਜਨ ਆ, ਉਹ ਪਸ਼ੂਆਂ ਵਾਲਾ ਆਹਾਰ ਵੇਦ ਨੇ ਬ੍ਰਹਮਾ ਨੇ ਇਹ ਕਾਤਕੀ ਕਿਉਂ ਨਹੀਂ ਜਿਹੜਾ ਨਾ ਨਹੀਂ ਕਿ ਰਚਿਆ, ਕਿਉਂ ਨਹੀਂ ਰਚਿਆ ਹੈ। ਉਲਟੀ ਵੇਦ ਨਾ ਕੀਓ ਕੀ ਵੇਦ ਨੇ ਬ੍ਰਹਮਾ ਨੇ ਉਲਟੀ ਇਹ ਵਿਧੀ ਨਹੀਂ ਕੀਤੀ, ਉਲਟੀ ਵੇਦ ਨਾ ਕੀ ਉਲਟੀ ਵਿਧੀ ਨਹੀਂ ਕੀਤੀ ਬ੍ਰਹਮਾ ਨੇ, ਭਾਵ ਉਲਟੀ ਸਭ ਕੀਤੀ। ਕਿਉਂਕਿ ਬ੍ਰਹਮਾ ਨੂੰ ਚਾਹੀਦਾ ਸੀ ਜਿਵੇਂ ਉਹਨਾਂ ਨੂੰ ਕੋਈ ਧਨ ਨਹੀਂ ਕਮਾਉਣਾ ਪੈਂਦਾ ਤੇ ਆਪਣਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕ ਲੈਂਦੇ। ਤਾਂ ਕੁਦਰਤੀ ਸੋਮਿਆਂ ਵਿੱਚ ਕੁਦਰਤ ਵੱਲੋਂ ਹੀ ਇਸ ਤਰ੍ਹਾਂ ਮਨੁੱਖ ਦੇ ਹੀ ਕਹਿੰਦੇ ਉਸੇ ਤਰ੍ਹਾਂ ਦਾ ਆਹਾਰ ਚਾਹੀਦਾ ਸੀ। ਪਰ ਬ੍ਰਹਮਾ ਨੇ ਸਾਰੀ ਦੀ ਸਾਰੀ ਉਲਟੀ ਰੀਤੀ ਕੀਤੀ ਆ। ਭਾਵ ਨਿਤ ਤਰਨ ਮਝਾਰ ਭਾਵ ਨਿਤ ਭਾਵ ਸੰਸਾਰ ਨਿਤ ਕੀ ਸਮੁੰਦਰ ਸੰਸਾਰ ਸਮੁੰਦਰ ਤੋਂ ਤਾਰਨ ਦੇ ਮਝਾਰ ਕੀ ਵਿੱਚ ਬੜੀ ਨਰਨ ਕੀ ਧਾਰਨ ਤੀ। ਸੰਸਾਰ ਸਮੁੰਦਰ ਤੋਂ ਤਾਰਨ ਵਿੱਚ ਨਾ ਨਰਨ ਕੀ ਜਿਹੜੀ ਪੁਰਸ਼ਾਂ ਦੀ ਜਿਹੜੀ ਤਰਨ ਕੀ ਜਵਾਨ ਅਵਸਥਾ ਸੀ, ਉਹ ਜਵਾਨ ਅਵਸਥਾ ਦੇ ਵਿੱਚ ਜਿਹੜੀ ਧੀ ਬੁੱਧੀ ਹੈ ਉਹੀ ਬੜੀ ਸੀ, ਸਮਰੱਥ ਸੀ। ਪਰ ਬ੍ਰਹਮਾ ਨੇ ਤੇ ਉਹ ਤਰ ਸਕਦੇ ਸਨ, ਪਰ ਬ੍ਰਹਮਾ ਉਹ ਜਿਹੜੀ ਜਵਾਨ ਉਮਰ ਆ ਉਹਦੇ ਲਾਤੀ ਧਨ ਵਿੱਚ, ਕਮਾਉਣ ਵਿੱਚ, ਪੈਸੇ ਵਿੱਚ ਤੇ ਸ਼ਾਨੋ ਸ਼ੌਕਤ ਵਡਿਆਈ ਵਿੱਚ, ਪੇਟ ਦੀ ਪਟਾਰੀ ਨੂੰ ਭਰਨ ਵਿੱਚ ਹੀ ਲਾ ਦਿੱਤੀ। ਤੇ ਇਸ ਕਰਕੇ ਕੀ ਕਰਦੇ ਮਨੁੱਖ ਵੇਦਨਾ ਤਾਹੇ ਆਹਾਰ ਕਤ ਵੇਦ ਭਾ ਬ੍ਰਹਮਾ ਨੇ ਕਹਿੰਦੇ ਤਾਹੇ ਕਹੀਏ ਉਹਨਾਂ ਦੂਜੀ ਤਰ੍ਹਾਂ ਅਰਥ ਵੀ ਇੱਕ ਤਾਂ ਹੈ ਨਾ ਵੀ ਉਹਨਾਂ ਵਰਗਾ ਆਹਾਰ ਪਸ਼ੂਆਂ ਵਰਗਾ ਆਹਾਰ ਸੱਪਾਂ ਵਰਗਾ ਆਹਾਰ ਕਤ ਕੀ ਕਿਉਂ ਨਹੀਂ ਬਣਾਇਆ, ਕਿਉਂ ਨਹੀਂ ਰਚਿਆ। ਹਾਂਜੀ ਤੇ ਹੁਣ ਇੱਥੇ ਅਰਥ ਇੱਦਾਂ ਲਾ ਲੈਣਾ ਵੇਦਨਾ ਤਾਹੇ ਆਹਾਰ ਕਤ ਬ੍ਰਹਮਾ ਨੇ ਤਾਹੇ ਕਹੀਏ ਉਹਨਾਂ ਮਨੁੱਖਾਂ ਦੀ ਜਿਹੜੀ ਆਹਾਰ ਖੁਰਾਕ ਭੋਜਨ ਆ ਉਹ ਕਦ ਕੀ ਕਿਉਂ ਨਹੀਂ ਜਿਹੜਾ ਹੈ ਚੰਗਾ ਬਣਾਇਆ, ਕਿਉਂ ਨਹੀਂ ਸੁਤੰਤਰ ਕੀਤਾ, ਕਿਉਂ ਨਹੀਂ ਉਹਨਾਂ ਦੀ ਖੁਰਾਕ ਸੁਤੰਤਰ ਬਣਾਈ ਜਿਹੜੀ ਉਸ ਉੱਤੇ ਸਿੱਧੀ ਖਾ ਲੈਂਦੇ ਛਕ ਲੈਂਦੇ। ਉਲਟੀ ਵੇਦਨਾ ਕੀ ਉਹ ਕੀ ਉਸ ਬ੍ਰਹਮਾ ਨੇ ਇਹ ਉਲਟੀ ਵੇਦ ਨਹੀਂ ਕੀਤੀ, ਉਲਟੀ ਵਿਧੀ ਨਹੀਂ ਤਰੀਕਾ ਕੀਤਾ, ਅਰਥਾਤ ਸਾਰੀ ਉਲਟੀ ਵਿਧੀ ਕੀਤੀ, ਉਲਟੀ ਰੀਤੀ ਕੀਤੀ, ਉਲਟਾ ਤਰੀਕਾ ਕੀਤਾ। ਇਹ ਬ੍ਰਹਮਾ ਨੇ ਚੰਗਾ ਨਹੀਂ ਕੀਤਾ ਹੈ। ਇਸ ਪ੍ਰਕਾਰ ਉਹ ਲਾਮੇ ਦੇ ਰਹੇ ਆ। ਅੱਜ ਇੱਥੇ ਸਮਾਪਤੀ ਕਰੀਏ, ਕੱਲ੍ਹ ਇਹਦੇ ਸਮਾਪਤ ਕਰ ਲਾਂਗੇ ਕਿਉਂਕਿ ਜੇ ਸਾਰਾ ਸੰਪੂਰਨ ਕਰਨ ਲੱਗ ਪਏ ਤੇ ਸਾਨੂੰ ਜ਼ਿਆਦਾ ਹੀ ਸਮਾਂ ਲੱਗ ਜਾਣਾ। ਇਸ ਕਰਕੇ ਆਪਾਂ ਜਿਹੜਾ ਕੱਲ੍ਹ ਹੀ ਸਮਾਪਤ ਕਰਾਂਗੇ ਜੋ ਅੱਧੇ ਘੰਟੇ ਵਿੱਚ ਸਮਾਪਤ ਹੋ ਸਕੇ, ਨਹੀਂ ਤਾਂ ਪਾਠ ਕਾਫੀ ਲੰਬਾ ਹੋ ਜਾਂਦਾ ਬਾਅਦ ਵਿੱਚ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ। ਭਾਵ ਨਿਤ ਧਰਨ ਮਝਾਰ ਬੜੀ ਨਰਨ ਕੀ ਧਰਨ ਧੀ ਵੇਦਨਾ ਤਾਹੇ ਆਹਾਰ ਕਤ ਉਲਟੀ ਵੇਦਨਾ ਕੀਓ ਵੇਦਨਾ ਤਾਹੇ ਆਹਾਰ ਕਤ ਉਲਟੀ ਵੇਦਨਾ ਕੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।